ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸਾਜਰੀ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਵਨ ਪਵਿੱਤਰ ਸ਼ਬਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਗੁਰੂ ਗਰੀਬ ਨਵਾਜ, ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਜੁਗੋ ਜੁਗ ਟਾਲ ਚੌਰ ਤਖਤੇ ਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 608 ਉੱਤੇ ਅੰਕਿਤ ਹੈ। ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਗੁਰਦੇਵ ਪਿਤਾ ਆਪਣੀ ਪਵਿੱਤਰ ਬਾਣੀ 'ਚ ਉਪਦੇਸ਼ ਕਰਦੇ ਹਨ। ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 608 ਉੱਤੇ ਸੋਠ ਮਹੱਲਾ ਪੰਜਵਾਂ ਘਰ ਪਹਿਲਾ ਤਿਤਕੇ ਦੇ ਸਰਲੇਖ ਹੇਠ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਕਿਸ ਹਉ ਜਾਚੀ ਕਿਸ ਆਰਾਧੀ, ਕਿ ਅਕਾਲ ਪੁਰਖ ਆਪ ਜੀ ਤੋਂ ਬਿਨਾਂ ਮੈਂ ਹੋਰ ਕਿਸ ਦੀ ਆਰਾਧਨਾ ਕਰਾਂ, ਕਿਸ ਦੀ ਮਨ ਵਿੱਚ ਜਾਚਨਾ ਕਰਾਂ, ਜਦੋਂ ਕਿ ਆਪ ਵਰਗਾ ਦਾਤਾ ਸੰਸਾਰ ਉੱਤੇ ਹੋਰ ਕੋਈ ਦਿਸਦਾ ਨਹੀਂ ਹੈ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੋ ਇੱਕ ਸਤਿਗੁਰ ਜੀ ਹਨ ਜਿਸ ਨੂੰ ਕਿਸੇ ਕਿਸਮ ਦਾ ਕੋਈ ਦੁੱਖ ਸੋਗ ਗਮੀ ਨਹੀਂ ਲੱਗ ਸਕਦੀ। ਬਾਕੀ ਦਾ ਸਮੁੱਚਾ ਸੰਸਾਰ ਦੁੱਖਾਂ ਵਿੱਚ ਗਰਸਿਆ ਹੋਇਆ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਹਨ, ਪ੍ਰਭੂ ਆਪ ਹੀ ਸਭ ਕੁਝ ਸ੍ਰਿਸ਼ਟੀ ਦੇ ਕਰਤਾ ਧਰਤਾ ਹੋ, ਸ੍ਰਿਸ਼ਟੀ ਦੇ ਰਚਨਹਾਰ ਹੋ। ਸਭ ਕੁਝ ਆਪ ਜੀ ਤੋਂ ਹੀ ਸੰਸਾਰ ਉੱਤੇ ਪੈਦਾ ਹੋਇਆ ਹੈ। ਜਿੰਨੇ ਵੀ ਪਦਾਰਥ, ਜਿੰਨੇ ਮਹਿਲ ਮਾੜੀਆਂ, ਜਿੰਨੇ ਦੁਨੀਆ ਦੇ ਸੁੱਖ ਹਨ, ਪ੍ਰਭੂ ਆਪ ਜੀ ਦੇ ਦਿੱਤੇ ਹੋਏ ਹਨ। ਇਸ ਕਰਕੇ ਆਪ ਜੀ ਤੋਂ ਬਿਨਾਂ ਮੈਂ ਹੋਰ ਕਿਸ ਦੀ ਆਰਾਧਨਾ ਕਰਾਂ, ਜਦੋਂ ਕਿ ਆਪ ਵਰਗਾ ਦਾਤਾ ਸੰਸਾਰ ਉੱਤੇ ਕੋਈ ਦਿਸਦਾ ਨਹੀਂ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਆਪਣੀ ਪਵਿੱਤਰ ਬਾਣੀ ਉਪਦੇਸ਼ ਕਰਦੇ ਹਨ, ਜਿਵੇਂ ਜਹ ਜਹ ਜਾਵਾਂ ਤਹ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ। ਜਿੱਥੇ ਜਿੱਥੇ ਮੈਂ ਜਾਂਦਾ ਹਾਂ ਪ੍ਰਭੂ, ਹਰ ਪਾਸੇ ਆਪ ਜੀ ਦੇ ਚਰਨਾਂ ਦੀ ਸੇਵਾ ਹੋ ਰਹੀ ਹੈ। ਆਪ ਵਰਗਾ ਦਾਤਾ ਸੰਸਾਰ ਉੱਤੇ ਕੋਈ ਦਿਸਦਾ ਨਹੀਂ ਹੈ। ਇਸ ਕਰਕੇ ਆਪ ਜੀ ਦੇ ਚਰਨ ਛੱਡ ਕੇ ਪ੍ਰਭੂ ਮੈਂ ਹੋਰ ਕਿਸ ਨੂੰ ਆਪਣੇ ਹਿਰਦੇ ਵਿੱਚ ਲਿਆਵਾਂ, ਹੋਰ ਕਿਸ ਦੀ ਜਾਚਨਾ ਕਰਾਂ, ਹੋਰ ਕਿਸ ਦੀ ਆਰਾਧਨਾ ਕਰਾਂ, ਜਦੋਂ ਕਿ ਆਪ ਵਰਗਾ ਦਾਤਾ ਸੰਸਾਰ ਉੱਤੇ ਕੋਈ ਦਿਸਦਾ ਨਹੀਂ ਹੈ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਕਿਸ ਹਉ ਜਾਚੀ ਕਿਸ ਆਰਾਧੀ, ਜਾਂ ਸਭ ਕੁਝ ਕੀਤਾ ਹੋਸੀ, ਜਦੋਂ ਕਿ ਸਭ ਕੁਝ ਆਪ ਜੀ ਦਾ ਹੀ ਕੀਤਾ ਹੋ ਰਿਹਾ ਹੈ। ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਤੋ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਜਦੋਂ ਸਭ ਕੁਝ ਆਪ ਹੀ ਸੰਸਾਰ ਉੱਤੇ ਕਰਨ ਵਾਲੇ ਹੋ ਤੇ ਆਪ ਜੀ ਦਾ ਹੀ ਸਭ ਕੁਝ ਸੰਸਾਰ ਉੱਤੇ ਦਿੱਤਾ ਹੋਇਆ ਹੈ। ਸਾਡਾ ਕੁਝ ਵੀ ਨਹੀਂ ਹੈ ਜੋ ਅਸੀਂ ਆਪ ਜੀ ਨੂੰ ਅਰਪਣ ਕਰ ਸਕੀਏ। ਇਸ ਕਰਕੇ ਪ੍ਰਭੂ ਆਪ ਜੀ ਤੋਂ ਬਿਨਾਂ ਮੈਂ ਹੋਰ ਕਿਸ ਦੀ ਆਰਾਧਨਾ ਕਰਾਂ, ਕਿਸ ਦੀ ਜਾਚਨਾ ਕਰਾਂ, ਕਿਸ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਵਾਂ, ਜਦੋਂ ਕਿ ਆਪ ਜੀ ਦਾ ਵਰਗਾ ਦਾਤਾ ਦੇਣ ਵਾਲਾ ਦਾਤਾ ਹੋਰ ਕੋਈ ਸੰਸਾਰ 'ਤੇ ਦਿਸਦਾ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਜੋ ਵੀ ਸੰਸਾਰ ਉੱਤੇ ਵੱਡੇ ਵਡੇਰੇ ਦਿਸ ਰਹੇ ਹਨ, ਸਾਰੇ ਇੱਕ ਨਾ ਇੱਕ ਦਿਨ ਖਾਕ ਦੀ ਢੇਰੀ ਵਿੱਚ ਰਲ ਜਾਣ ਵਾਲੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੂ ਰਸੀ। ਜੋ ਵੀ ਸੰਸਾਰ ਉੱਤੇ ਵੱਡੇ ਵਡੇਰੇ ਦਿਸ ਰਹੇ ਹਨ, ਵੱਡੀਆਂ ਉਮਰਾਂ ਦੇ ਮਾਲਕ ਦਿਸ ਰਹੇ ਹਨ, ਵੱਡੇ ਵੱਡੇ ਬਜ਼ੁਰਗ ਦਿਸ ਰਹੇ ਹਨ, ਗੁਰੂ ਸਾਹਿਬ ਜੀ ਕਹਿੰਦੇ ਸਭ ਨੇ ਇੱਕ ਦਿਨ ਖਾਕ ਦੀ ਢੇਰੀ ਹੋ ਜਾਣਾ ਹੈ, ਖਾਕ 'ਚ ਮਿਲ ਜਾਣਾ ਹੈ। ਜੋ ਦੀਸੇ ਸੋ ਬਿਨਸਨਹਾਰ, ਜੋ ਵੀ ਸੰਸਾਰ ਉੱਤੇ ਦਿਸ ਰਹੀ ਵਸਤੂ ਹੈ ਉਸਨੇ ਇੱਕ ਦਿਨ ਖਤਮ ਹੋ ਜਾਣਾ ਹੈ, ਬਿਨਸ ਜਾਣਾ ਹੈ।
ਇੱਕ ਪ੍ਰਭੂ ਆਪ ਹੀ ਉਸ ਸਦੀਵੀ ਹੋਂਦ ਵਾਲੇ, ਦੁਨੀਆ ਤੇ ਸਦਾ ਕਾਇਮ ਰਹਿਣ ਵਾਲੇ ਤੇ ਜੁਗੋ ਜੁਗ ਟਲ ਰਹਿਣ ਵਾਲੇ। ਬਾਕੀ ਦਾ ਸਮੁੱਚਾ ਸੰਸਾਰ ਬਿਨਸਨਹਾਰ ਹੈ, ਖਤਮ ਹੋ ਜਾਣ ਵਾਲਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਨ, ਨਿਰਭਉ ਨਿਰੰਕਾਰ। हे ਪ੍ਰਭੂ, ਆਪ ਨੂੰ ਕਿਸੇ ਦਾ ਡਰ ਨਹੀਂ ਹੈ, ਆਪ ਨੂੰ ਕਿਸੇ ਦਾ ਸਹਿਮ ਨਹੀਂ, ਕਿਉਂਕਿ ਆਪ ਜੀ ਤੋਂ ਉੱਪਰ ਦਾਤਾ ਕੋਈ ਹੋਰ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਨਿਰਭਉ ਨਿਰੰਕਾਰ, ਜਿਸ ਦਾ ਕੋਈ ਆਕਾਰ ਨਹੀਂ ਹੈ। ਉਹ ਪ੍ਰਮਾਤਮਾ ਜਿਸ ਨੂੰ ਕਿਸੇ ਦਾ ਡਰ ਨਹੀਂ ਹੈ, ਸਹਿਮ ਨਹੀਂ ਹੈ, ਜਿਸ ਨੂੰ ਕੋਈ ਡਰਾ ਨਹੀਂ ਸਕਦਾ, ਜਿਸ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਇਸ ਕਰਕੇ ਉਹ ਕਾਲ ਪੁਰਖ ਭਾਈ ਜੋ ਨਿਰਭਉ ਹੈ, ਨਿਰਵੈਰ ਹੈ, ਜਿਸ ਦਾ ਕਿਸੇ ਨਾਲ ਵੈਰ ਨਹੀਂ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ, ਸਹਿਮ ਨਹੀਂ ਹੈ, ਜਿਸ ਦਾ ਕੋਈ ਆਕਾਰ ਨਹੀਂ, ਜੋ ਗਿਣਿਆ ਤੇ ਮਿਣਿਆ ਨਹੀਂ ਜਾ ਸਕਦਾ। ਦੁਨੀਆ ਦੀ ਹਰ ਵਸਤੂ ਮਿਣਤੀ ਵਿੱਚ ਆ ਜਾਂਦੀ ਹੈ, ਗਿਣਤੀ ਮਿਣਤੀ ਵਿੱਚ ਆਉਂਦੀ ਹੈ। ਕਿ ਪਰਮਾਤਮਾ ਜੋ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ, ਜਿਸ ਨੂੰ ਗਿਣਿਆ ਮਿਣਿਆ ਨਹੀਂ ਜਾ ਸਕਦਾ, ਜਿਸ ਦਾ ਉਰਲਾ ਪਾਸਾ ਪਰਲਾ ਪਾਸਾ ਨਜ਼ਰ ਨਹੀਂ ਆਉਂਦਾ, ਜੋ ਬੇਅੰਤ ਹੈ, ਜੋ ਪਰੇ ਤੋਂ ਪਰੇ ਹੈ, ਜਿਸ ਦਾ ਕੋਈ ਆਕਾਰ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ, ਸਾਰੇ ਭਵਨਾਂ ਦੇ ਮਾਲਕ ਪ੍ਰਭੂ, ਸਭ ਸੁੱਖਾਂ ਦੇ ਦਾਤੇ, ਰਿਧੀਆਂ ਤੇ ਸਿਧੀਆਂ ਦੇ ਮਾਲਕ, ਦੁਨੀਆ ਦੇ 9 ਖਜ਼ਾਨਿਆਂ ਦੇ ਮਾਲਕ ਪ੍ਰਭੂ, ਆਪ ਜੀ ਤੋਂ ਬਿਨਾਂ ਮੈਂ ਹੋਰ ਕਿਸ ਦੀ ਆਰਾਧਨਾ ਕਰਾਂ। ਨਿਰਭਉ ਨਿਰੰਕਾਰ ਭਾਵ ਖੰਡਨ, ਸਭ ਸੁਖ ਨਵ-ਨਿਧ ਦੇਸੀ। हे ਨਿਰਭਉ ਡਰ ਤੋਂ ਰਹਿਤ ਪ੍ਰਭੂ, हे ਨਿਰੰਕਾਰ ਆਕਾਰ ਤੋਂ ਰਹਿਤ ਪ੍ਰਭੂ, ਸਾਰੇ ਭਵਨਾਂ ਦੇ ਮਾਲਕ ਪ੍ਰਭੂ। ਇਸ ਕਰਕੇ ਸਾਰੇ ਰਿਧੀਆਂ ਸਿਧੀਆਂ ਦੇ ਮਾਲਕ, ਦੁਨੀਆ ਦੇ 9 ਖਜ਼ਾਨਿਆਂ ਦੇ ਮਾਲਕ ਪ੍ਰਭੂ, ਤੇਰੇ ਤੋਂ ਬਿਨਾਂ ਮੈਂ ਹੋਰ ਕਿਸ ਦੀ ਆਰਾਧਨਾ ਕਰਾਂ, ਕਿਸ ਨੂੰ ਆਪਣੇ ਹਿਰਦੇ ਵਿੱਚ ਵਸਾਵਾਂ, ਕਿਸ ਦੀ ਜਾਚਨਾ ਕਰਾਂ, ਕਿ ਆਪ ਵਰਗਾ ਦਾਤਾ ਸੰਸਾਰ 'ਤੇ ਹੋਰ ਕੋਈ ਦਿਸਦਾ ਨਹੀਂ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ, ਪ੍ਰਭੂ ਮੈਂ ਆਪ ਜੀ ਦੀਆਂ ਦਾਤਾਂ ਲੈ ਕੇ ਥੱਕ ਜਾਂਦਾ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜਗੰਤਰ ਖਾਹੀ ਖਾਏ। ਜੁਗਾ ਜਗੰਤਰਾਂ ਤੋਂ ਜੀਵ ਖਾਂਦੇ ਆ ਰਹੇ ਹਨ। ਦਾਤਾ ਦੇਣ ਵਾਲਾ ਪ੍ਰਭੂ ਕਦੀ ਦਾਤਾ ਦੇ ਕੇ ਥੱਕਦਾ ਨਹੀਂ ਹੈ, ਤੇ ਦਾਤਾ ਲੈਣ ਵਾਲੇ ਦਾਤਾ ਪ੍ਰਾਪਤ ਕਰਦੇ ਥੱਕ ਜਾਂਦੇ ਹਨ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਮੇਰੇ ਅਕਾਲ ਪੁਰਖ ਵਿੱਚ ਇਹ ਮਹਾਨ ਵਡਿਆਈਆਂ ਹਨ ਕਿ ਉਹ ਦਾਤ ਦੇ ਕੇ ਪਛਤਾਵਾ ਨਹੀਂ ਕਰਦਾ, ਕੋਈ ਦਾਤ ਦੇ ਕੇ ਵਾਪਸ ਨਹੀਂ ਲੈਂਦਾ। ਮਨੁੱਖ ਤਾਂ ਅੱਜ ਕਿਸੇ ਨੂੰ ਉਧਾਰ ਦਿੰਦਾ ਹੈ, ਕੱਲ੍ਹ ਨੂੰ ਮੰਗ ਲੈਂਦਾ ਹੈ, ਪਰ ਪਰਮਾਤਮਾ ਕੋਈ ਵੀ ਦਾਤ ਦੇ ਕੇ ਪਛਤਾਉਂਦਾ ਨਹੀਂ ਹੈ, ਕੋਈ ਦਾਤ ਦੇ ਕੇ ਵਾਪਸ ਨਹੀਂ ਲੈਂਦਾ। ਇਸ ਕਰਕੇ ਪ੍ਰਭੂ ਮੈਂ ਤੇਰੀਆਂ ਦਾਤਾਂ ਲੈ ਕੇ ਥੱਕ ਜਾਂਦਾ ਹਾਂ, ਪਰ ਆਪ ਦਾਤਾਂ ਦਿੰਦੇ ਹੋ ਥੱਕਦੇ ਨਹੀਂ ਹੋ। ਗੁਰੂ ਸਾਹਿਬ ਜੀ ਕਹਿੰਦੇ ਹਨ, ਹਰਿ ਜਿਉ ਤੇਰੀ ਦਾਤੀ ਰਾਜਾ। हे ਪ੍ਰਭੂ, ਮੈਂ ਆਪ ਦੀਆਂ ਦਾਤਾਂ ਪ੍ਰਾਪਤ ਕਰਕੇ ਥੱਕ ਜਾਂਦਾ ਹਾਂ, ਰੱਜ ਜਾਂਦਾ ਹਾਂ, ਪਰ ਬੇਅੰਤ ਪ੍ਰਭੂ ਆਪ ਦਾਤਾਂ ਦਿੰਦੇ ਹੋ ਥੱਕਦੇ ਨਹੀਂ, ਦਾਤਾਂ ਵੰਡੀ ਜਾ ਰਹੇ ਹੋ। ਗੁਰੂ ਸਾਹਿਬ ਜੀ ਕਹਿੰਦੇ ਹਨ, ਇਹ ਮਨੁੱਖ ਤਾਂ ਵਿਚਾਰਾ ਬੱਪੜਾ ਹੈ, ਇਹਦੀ ਔਕਾਤ ਨਹੀਂ ਹੈ ਕਿ ਆਪ ਜੀ ਦੀ ਕੋਈ ਸਿਫਤ ਸਲਾਹ ਕਰ ਸਕੇ, ਆਪ ਜੀ ਦੇ ਬੇਅੰਤ ਗੁਣਾਂ ਨੂੰ ਬਿਆਨ ਕਰ ਸਕੇ। ਤੇਰੇ ਕਮਨ ਕਣ ਕੁਣ ਗਹਿ ਕਹਿ ਗਾਵਾਂ, ਤੂੰ ਸਹਿਬ ਗੁਣੀ ਨਿਧਾਨਾ। हे ਗੁਣਾਂ ਦੇ ਖਜ਼ਾਨੇ ਪ੍ਰਭੂ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ, ਆਪ ਦੇ ਬੇਅੰਤ ਗੁਣ ਗਿਣੇ ਨਹੀਂ ਜਾ ਸਕਦੇ। ਗੁਰੂ ਸਾਹਿਬ ਜੀ ਪਵਿੱਤਰ ਬਾਣੀ 'ਚ ਉਪਦੇਸ਼ ਕਰਦੇ ਹਨ, ਮਾਨਸ ਵਪਰਾ ਕਿਆ ਸਲਾਹੀ, ਕਿਆ ਤਿਸ ਕਾ ਮੁਹਤਾਜਾ। ਗੁਰੂ ਸਾਹਿਬ ਜੀ ਕਹਿੰਦੇ, ਪ੍ਰਭੂ ਇਹ ਮਾਨਸ ਮਨੁੱਖ ਜਿਹੜਾ ਹੈ, ਇਹ ਤੇ ਵਪਰਾ ਹੈ, ਇਹ ਵਿਚਾਰਾ ਹੈ, ਗਰੀਬ ਹੈ, ਆਪ ਜੀ ਦੀ ਇਹ ਸਿਫਤ ਸਲਾਹ ਨਹੀਂ ਕਰ ਸਕਦਾ। ਮਾਨਸ ਵਪਰਾ ਕਿਆ ਸਲਾਹੀ, ਕਿਆ ਤਿਸ ਕਾ ਮੁਹਤਾਜਾ। ਇਹਦੀ ਕੋਈ ਔਕਾਤ ਨਹੀਂ ਹੈ, ਇਹ ਤੇ ਤੇਰਾ ਗੁਲਾਮ ਹੈ ਪ੍ਰਭੂ। ਇਸ ਕਰਕੇ ਇਹ ਆਪ ਜੀ ਦੀ ਸਿਫਤ ਸਲਾਹ ਨਹੀਂ ਕਰ ਸਕਦਾ, ਕਿਉਂਕਿ ਆਪ ਜੀ ਦੀ ਵਡਿਆਈ ਕਥਨ ਤੋਂ ਬਾਹਰੀ ਹੈ, ਜੋ ਇੱਕ ਜੀਵ ਦੇ ਕਹਿਣ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ। ਰਹਾਉ ਦੀ ਪੰਕਤੀ ਸਤਿਗੁਰੂ ਜੀ
ਬਿਆਨ ਕਰਦੇ ਹਨ। ਮਾਨਸ ਬਪਰਾ ਕਿਆ ਸਲਾਹੀ, ਹਰ ਜਿਉ ਤੇਰੀ ਦਾਤੀ ਰਾਜਾ। ਮਾਨਸ ਬਪਰਾ ਕਿਆ ਸਲਾਹੀ, ਕਿਆ ਤਿਸ ਕਾ ਮੁਹਤਾਜਾ। ਕਿ ਹਰੀ ਪ੍ਰਭੂ, ਅਸੀਂ ਆਪ ਦੀਆਂ ਦਾਤਾਂ ਲੈ ਕੇ ਰੱਜ ਜਾਂਦੇ ਹਾਂ, ਪਰ ਆਪ ਦਾਤਾਂ ਦਿੰਦੇ ਥੱਕਦੇ ਨਹੀਂ ਹੋ। ਇਹ ਮਨੁੱਖ ਵਿਚਾਰਾ ਤਾਂ ਕੀ ਆਪ ਦੀ ਸਿਫਤ ਕਰ ਸਕਦਾ ਹੈ? ਇਹ ਤੇ ਆਪ ਜੀ ਦਾ ਗੁਲਾਮ ਹੈ ਪ੍ਰਭੂ। ਆਪ ਬੇਅੰਤ ਗੁਣਾਂ ਦੇ ਮਾਲਕ ਹੋ। ਮਨੁੱਖ ਦੀ ਕੋਈ ਔਕਾਤ ਨਹੀਂ ਹੈ ਕਿ ਆਪ ਜੀ ਦੀਆਂ ਬੇਅੰਤ ਵਡਿਆਈਆਂ ਨੂੰ ਬਿਆਨ ਕਰ ਸਕੇ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਪਣੀ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਜਿਨ ਹਰਿ ਧਿਆਇਆ ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਈ। ਪ੍ਰਭੂ, ਜਿਸ ਨੇ ਆਪ ਜੀ ਦੀ ਆਰਾਧਨਾ ਕੀਤੀ ਹੈ, ਆਪ ਜੀ ਦਾ ਸਿਮਰਨ ਕੀਤਾ, ਬੰਦਗੀ ਕੀਤੀ ਹੈ, ਆਪ ਦੇ ਚਰਨਾਂ ਦੀ ਸੇਵਾ ਕੀਤੀ, ਪ੍ਰਭੂ ਆਪ ਨੇ ਦੁਨੀਆ ਦੇ ਸਾਰੇ ਖਜ਼ਾਨੇ ਉਸ ਸੇਵਕ ਦੀ ਝੋਲੀ ਵਿੱਚ ਪਾ ਦਿੱਤੇ ਹਨ। ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਇਹਾਂ ਇਸ ਲੋਕ ਨੂੰ ਕਿਹਾ ਜਾਂਦਾ ਹੈ, ਉਹਾਂ ਪਰਲੋਕ ਰੂਪੀ ਘਰ। ਦੋਨਾਂ ਜਹਾਨਾਂ ਵਿੱਚ ਨਾਨਕ ਦੇ ਮੁਖ ਵਿੱਚੋਂ ਨਿਕਲੇ ਬਚਨ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ। ਨਾਨਕ ਬੋਲੇ ਦਰਗੇ ਪ੍ਰਵਾਨ। ਨਾਨਕ ਦੇ ਮੁਖ ਵਿੱਚੋਂ ਹਰ ਨਿਕਲਿਆ ਹੈ ਬਚਨ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਇਸ ਕਰਕੇ ਪ੍ਰਭੂ ਜਿਨ੍ਹਾਂ ਨੇ ਵੀ ਆਪ ਜੀ ਦੀ ਸਿਫਤ ਸਲਾਹ ਕੀਤੀ ਹੈ, ਆਪ ਜੀ ਦੀ ਭਗਤੀ ਕੀਤੀ ਹੈ, ਸਿਮਰਨ ਕੀਤਾ ਹੈ, ਦੁਨੀਆ ਦੇ ਸਾਰੇ ਸੁੱਖ ਆਪ ਜੀ ਨੇ ਉਸ ਸੇਵਕ ਦੀ ਝੋਲੀ ਵਿੱਚ ਪਾ ਦਿੱਤੇ ਹਨ। ਜਿਨ ਹਰਿ ਧਿਆਇਆ ਸਭ ਕਿਛ ਤਿਸ ਕਾ, ਜਿਸ ਨੇ ਆਪ ਦੀ ਸਿਫਤ ਸਲਾਹ ਕੀਤੀ ਹੈ, ਭਗਤੀ ਕੀਤੀ, ਸਿਮਰਨ ਕੀਤਾ, ਪ੍ਰਭੂ ਆਪ ਜੀ ਨੇ ਸਭ ਕੁਝ ਉਸ ਨੂੰ ਭੇਟਾ ਵਜੋਂ ਦੇ ਦਿੱਤਾ ਹੈ। ਜੋ ਦਾਤ ਦੇ ਕੇ ਆਪ ਫਿਰ ਪਛਤਾਉਂਦੇ ਨਹੀਂ, ਪਛਤਾਵਾ ਨਹੀਂ ਕਰਦੇ। ਇਸ ਕਰਕੇ ਪ੍ਰਭੂ ਜੀਵ ਦਾਤਾਂ ਲੈਂਦੇ ਹੋਏ ਥੱਕ ਜਾਂਦੇ ਹਨ, ਪਰ ਆਪ ਦਾਤਾਂ ਦਿੰਦੇ ਹੋਏ ਕਦੀ ਥੱਕਦੇ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਨ ਹਰਿ ਧਿਆਇਆ ਸਭ ਕਿਛ ਤਿਸ ਕਾ, ਤਿਸ ਕੀ ਭੁੱਖ ਗਵਾਈ। ਆਪ ਜੀ ਨੇ ਉਸ ਦੀਆਂ ਭੁੱਖਾਂ ਗਵਾ ਦਿੱਤੀਆਂ ਹਨ, ਮਿਟਾ ਦਿੱਤੀਆਂ ਹਨ। ਸਾਚਾ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਗੁਰੂ ਸਾਹਿਬ ਜੀ ਕਹਿੰਦੇ ਪ੍ਰਭੂ ਦਾ ਸੱਚਾ ਨਾਮ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਪ੍ਰਭੂ ਦੇ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ, ਆਸਰਾ ਮੰਨਣਾ ਚਾਹੀਦਾ ਹੈ, ਜੋ ਸਾਡੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ। ਇਸ ਕਰਕੇ ਪ੍ਰਭੂ ਜੋ ਆਪ ਜੀ ਸਿਫਤ ਸਲਾਹ ਕਰਦੇ ਹਨ, ਭਗਤੀ ਕਰਦੇ ਹਨ, ਸਿਮਰਨ ਕਰਦੇ ਹਨ, ਦੁਨੀਆ ਦੇ ਸਾਰੇ ਸੁੱਖ ਆਪ ਉਸ ਸੇਵਕ ਦੀ ਝੋਲੀ ਵਿੱਚ ਪਾ ਦਿੰਦੇ ਹੋ। ਜੋ ਸੇਵਕ ਆਪ ਜੀ ਪਾਸੋਂ ਮੰਗਦਾ ਹੈ, ਉਹੀ ਦਾਤ ਆਪ ਆਪਣੇ ਸੇਵਕ ਨੂੰ ਉਹਦੀ ਝੋਲੀ ਵਿੱਚ ਪਾ ਕੇ ਉਹਦੀਆਂ ਝੋਲੀਆਂ ਸਦਾ ਵਾਸਤੇ ਭਰ ਦਿੰਦੇ ਹੋ। ਪ੍ਰਭੂ ਉਸ ਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦੇ ਹੋ। ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੀ ਬਾਣੀ ਉਪਦੇਸ਼ ਕਰਦੇ ਹਨ, ਜਿਨ ਹਰਿ ਧਿਆਇਆ ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਈ। ਗੁਰੂ ਸਾਹਿਬ ਜੀ ਅੱਗੇ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ, ਐਸਾ ਧਨ ਦੀਆ ਸੁਖ ਦਾਤੇ। ਅਕਾਲ ਪੁਰਖ ਨੇ ਆਪਣੇ ਸੇਵਕ ਨੂੰ ਐਸਾ ਨਾਮ ਰੂਪੀ ਧਨ ਬਖਸ਼ਿਸ਼ ਕੀਤਾ ਹੈ, ਜੋ ਖੁੱਟ ਹੈ, ਜੋ ਕਦੀ ਖਤਮ ਨਹੀਂ ਹੋ ਸਕਦਾ। ਦੁਨੀਆ ਦੇ ਸਾਰੇ ਖਜ਼ਾਨੇ ਮੁੱਕ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਸਾਰੀਆਂ ਦਾਤਾਂ ਮਿਟ ਜਾਂਦੀਆਂ ਹਨ, ਪਰ ਅਕਾਲ ਪੁਰਖ ਵੱਲੋਂ ਦਿੱਤੀ ਹੋਈ ਸੇਵਕ ਨੂੰ ਦਾਤ ਜਿਹੜੀ ਹੈ, ਨਾਮ ਰੂਪੀ ਖਜ਼ਾਨਾ, ਕਦੀ ਮਿਟਦਾ ਨਹੀਂ ਹੈ, ਕਦੀ ਖਤਮ ਨਹੀਂ ਹੁੰਦਾ। ਜੋ ਇਸ ਜੀਵਨ ਵਿੱਚ ਵਿਚਰਦਿਆਂ ਤੇ ਪਰਲੋਕ ਰੂਪੀ ਘਰ ਵਿੱਚ ਜਾਂਦਿਆਂ ਇਹ ਨਾਮ ਰੂਪੀ ਧਨ ਸਦਾ ਜੀਵ ਦੇ ਨਾਲ ਨਿਭਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਐਸਾ ਧਨ ਦੀਆ ਸੁਖ ਦਾਤੈ, ਨਿਖੁੱਟ ਨਾ ਕਭੀ ਹੀ ਜਾਈ। ਐਸਾ ਨਾਮ ਰੂਪੀ ਧਨ ਦਾ ਖਜ਼ਾਨਾ ਪ੍ਰਭੂ ਨੇ ਸਾਡੇ ਹਿਰਦੇ ਵਿੱਚ ਵਸਾ ਦਿੱਤਾ ਹੈ, ਜੋ ਸਦਾ ਦੁਨੀਆ ਤੇ ਕਾਇਮ ਰਹਿਣ ਵਾਲਾ, ਸਦੀਵੀ ਹੋਣ ਵਾਲਾ ਹੈ, ਜੋ ਅਖੁੱਟ ਹੈ, ਜੋ ਕਦੇ ਖਤਮ ਨਾ ਹੋਣ ਵਾਲਾ ਹੈ। ਗੁਰੂ ਸਾਹਿਬ ਜੀ ਕਹਿੰਦੇ, ਆਨੰਦ ਭਇਆ ਸੁਖ ਸਹਿਜ ਸਮਾਣੇ। ਹੇ ਪ੍ਰਭੂ, ਹੁਣ ਅਸੀਂ ਆਤਮ ਆਨੰਦ ਦੇ ਖੇੜੇ ਵਿੱਚ ਹਾਂ। ਦੁਨੀਆ ਦੇ ਸਾਰੇ ਸੁੱਖ, ਰਿਧੀਆਂ ਸਿੱਧੀਆਂ, ਨੌ ਖਜ਼ਾਨੇ ਆਪ ਜੀ ਨੇ ਸਾਡੀ ਝੋਲੀ ਵਿੱਚ ਪਾ ਦਿੱਤੇ ਹਨ। ਆਨੰਦ ਭਇਆ ਸੁਖ ਸਹਿਜ ਸਮਾਣੇ, ਅਸੀਂ ਸਹਿਜ ਅਵਸਥਾ ਵਿੱਚ ਸਮਾ ਗਏ ਹਾਂ। ਸਤਿਗੁਰ ਮੇਲ ਮਿਲਾਈ, ਗੁਰੂ ਨੇ ਹੀ ਕਿਰਪਾ ਕਰਕੇ, ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਦੁਨੀਆ ਦੇ ਸਾਰੇ ਖਜ਼ਾਨੇ ਸਾਡੀ ਝੋਲੀ ਵਿੱਚ ਪਾ ਦਿੱਤੇ ਹਨ। ਆਤਮ ਆਨੰਦ ਦਾ ਖੇੜਾ ਤੇ ਸਹਿਜ ਅਵਸਥਾ ਨੂੰ ਅਸੀਂ ਪ੍ਰਾਪਤ ਹੋਏ ਹਾਂ। ਇਸ ਕਰਕੇ ਪ੍ਰਭੂ ਸਤਿਗੁਰੂ ਜੀ ਨੇ ਹੀ ਕਿਰਪਾ ਕਰਕੇ ਆਪ ਜੀ ਦੇ ਚਰਨਾਂ ਦੇ ਨਾਲ ਸਾਡਾ ਮਿਲਾਪ ਕਰਾਇਆ ਹੈ, ਮੇਲ ਕਰਵਾ ਦਿੱਤਾ ਹੈ। ਪ੍ਰਭੂ ਨਾਮ ਧਨ ਜਪ ਨਾਮ ਅਰਾਧ, ਅੰਦਨ ਨਾਮ ਬਖਾਣੀ। ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ
ਮਹਾਰਾਜ ਆਪਣੀ ਪਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ ਕਿ ਭਾਈ ਸਾਨੂੰ ਦਿਨ ਰਾਤ ਹਰ ਸਮੇਂ ਅਕਾਲ ਪੁਰਖ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ, ਉਸ ਨੂੰ ਸਦਾ ਚਿੱਤ ਵਿੱਚ ਵਸਾਉਣਾ ਚਾਹੀਦਾ ਹੈ। ਮਨ ਨਾਮ ਜਪ ਨਾਮ ਆਰਾਧ, ਹੇ ਮੇਰੇ ਮਨ ਤੂੰ ਸਦਾ ਨਾਮ ਜਪਿਆ ਕਰ, ਨਾਮ ਦੀ ਆਰਾਧਨਾ ਕਰਿਆ ਕਰ, ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਕਰ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਮਨ ਨਾਮ ਜਪ ਨਾਮ ਆਰਾਧ ਅੰਦਰ ਨਾਮ ਵਖਾਣੀ। ਅਨਦਿਨ ਕਹਿੰਦੇ ਦਿਨ ਰਾਤ ਨੂੰ, ਦਿਨ ਰਾਤ ਮੁੱਖ ਵਿੱਚੋਂ ਅਕਾਲ ਪੁਰਖ ਦਾ ਨਾਮ ਉਚਾਰਿਆ ਕਰ, ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ ਭਾਈ। ਮਨ ਕਰਕੇ ਪ੍ਰਭੂ ਦਾ ਨਾਮ ਜਪਿਆ ਕਰ, ਨਾਮ ਹੀ ਦੀ ਆਰਾਧਨਾ ਕਰਿਆ ਕਰ ਤੇ ਦਿਨ ਰਾਤ ਪ੍ਰਭੂ ਦਾ ਨਾਮ ਜਪਿਆ ਕਰ। ਮਨ ਨਾਮ ਜਪ ਨਾਮ ਆਰਾਧ ਅੰਦਰ ਨਾਮ ਵਖਾਣੀ। ਦਿਨ ਰਾਤ ਉਸ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਇਸ ਤੋਂ ਉਪਰੰਤ ਸਾਨੂੰ ਸਤਿਗੁਰ ਦੀ ਸੰਗਤ ਵਿੱਚ ਵੀ ਜਾਣਾ ਚਾਹੀਦਾ ਹੈ। ਬਿਰ ਸਾਧ ਸੰਗਤ ਖੋਜਤ ਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਗੁਰੂ ਸਾਹਿਬ ਜੀ ਕਹਿੰਦੇ ਹਨ, ਸਾਰੀ ਸੰਗਤ ਨੇ ਇਕੱਤਰ ਹੋ ਕੇ ਪ੍ਰਭੂ ਦੀ ਖੋਜ ਕੀਤੀ ਤੇ ਪਤਾ ਲੱਗਾ ਕਿ ਸਤਿਗੁਰੂ ਜੀ ਗੁਰੂ ਦੀ ਸੰਗਤ ਵਿੱਚ ਵਸਦੇ ਹਨ। ਇਸ ਕਰਕੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਬਿਨਾਂ ਭਾਗਾਂ ਤੋਂ ਸਤਿਗੁਰ ਦੀ ਸੰਗਤ ਨਹੀਂ ਲੱਭਦੀ ਤੇ ਸੰਗਤ ਤੋਂ ਬਿਨਾਂ ਸਾਡੇ ਕੀਤੇ ਹੋਏ ਮੰਦ ਭਾਗੀ ਕਰਮ ਜਿਹੜੇ ਹਨ ਉਹ ਮਿਟਦੇ ਨਹੀਂ ਹਨ। ਇਸ ਕਰਕੇ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਭਾਈ ਗੁਰੂ ਦੀ ਸੰਗਤ ਵਿੱਚ ਜੁੜਨਾ ਚਾਹੀਦਾ ਹੈ। ਜੋ ਸਤਿਗੁਰੂ ਦੀ ਸੰਗਤ ਵਿੱਚ ਜਾ ਕੇ ਮਹਾਂਪੁਰਖਾਂ ਪਾਸੋਂ ਗੁਰੂ ਦੀ ਬਾਣੀ ਦਾ ਉਪਦੇਸ਼ ਸੁਣ ਕੇ ਮਨ ਵਿੱਚ ਸੌਂਦੇ ਹਨ। ਗੁਰੂ ਸਾਹਿਬ ਜੀ ਕਹਿੰਦੇ ਹਨ, ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ। ਜਿਹੜੇ ਗੁਰੂ ਦੀ ਸੰਗਤ ਜੁੜ ਕੇ ਨਾਮ ਜਪਦੇ ਹਨ, ਕੀਰਤਨ ਕਰਦੇ ਹਨ, ਗੁਰਬਾਣੀ ਗਾਉਂਦੇ ਹਨ ਭਾਈ, ਉਹਨਾਂ ਦਾ ਜਮਾ ਦਾ ਡਰ ਜਿਹੜਾ ਹੈ, ਸਹਿਮ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਤੇਰੇ ਸੇਵਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਫਿਰ ਉਹ ਸੇਵਕ ਜੋ ਗੁਰੂ ਦੀ ਸੰਗਤ ਜੁੜ ਕੇ ਪਰਮਾਤਮਾ ਦੀ ਕੀਰਤੀ ਗਾਉਂਦੇ ਹਨ, ਉਹਨਾਂ ਦੇ ਨੇੜੇ ਜਮਰਾਜ ਨਹੀਂ ਆ ਸਕਦੇ। ਨਾਲ ਨਾਰਾਇਣ ਮੇਰੇ ਜਮਦੂਤ ਨਾ ਆਵੇ ਨੇੜੇ। ਜਿਨ੍ਹਾਂ ਦੇ ਨਾਲ ਅਕਾਲ ਪੁਰਖ ਦਾ ਵਾਸਾ ਹੁੰਦਾ ਹੈ, ਉਹਨਾਂ ਦੇ ਨੇੜੇ ਫਿਰ ਇਹ ਜਮਰਾਜ ਨੇੜੇ ਨਹੀਂ ਆ ਸਕਦੇ। ਗੁਰੂ ਸਾਹਿਬ ਜੀ ਕਹਿੰਦੇ ਹਨ, ਭਾਈ ਗੁਰੂ ਦੀ ਸੰਗਤ ਜਾ ਕੇ ਗੁਰੂ ਦੀ ਉਪਦੇਸ਼ ਗੁਰਬਾਣੀ ਸਰਵਣ ਕਰਕੇ ਗੁਰੂ ਦਾ ਉਪਦੇਸ਼ ਮਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ। ਤੇ ਜੋ ਗੁਰੂ ਦੀ ਸੰਗਤ ਜੁੜ ਕੇ ਪਰਮਾਤਮਾ ਦਾ ਨਾਮ ਜਪਦੇ ਹਨ, ਕੀਰਤੀ ਕਰਦੇ ਹਨ, ਮਹਾਂਪੁਰਖਾਂ ਦਾ ਉਪਦੇਸ਼ ਸੁਣਦੇ ਹਨ ਭਾਈ, ਉਹਨਾਂ ਦੇ ਸਾਰੇ ਜਮਾਂ ਦੇ ਡਰ ਤੇ ਸਹਿਮ ਜਿਹੜੇ ਹਨ ਉਹ ਖਤਮ ਹੋ ਜਾਂਦੇ ਹਨ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੀ ਪੁੱਤਰ ਬਾਣੀ ਉਪਦੇਸ਼ ਕਰਦੇ ਹਨ, ਜਿਨ ਕੋ ਕਿਰਪਾਲ ਹੋਵਾ ਪ੍ਰਭ ਮੇਰਾ। ਜਿਨ੍ਹਾਂ ਦੇ ਉੱਤੇ ਭਾਈ ਸਤਿਗੁਰੂ ਜੀ ਕਿਰਪਾ ਕਰਦੇ ਹਨ, ਰਹਿਮਤ ਕਰ ਦਿੰਦੇ ਹਨ, ਬਖਸ਼ਿਸ਼ ਕਰ ਦਿੰਦੇ ਹਨ, ਉਹਨਾਂ ਨੂੰ ਆਪਣੀ ਸੰਗਤ ਬਖਸ਼ਦੇ ਹਨ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਜਿਨ ਕੋ ਕਿਰਪਾਲ ਹੋਵਾ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ। ਜਿਹੜੇ ਮੇਰੇ ਸਤਿਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਹਨ, ਗੁਰੂ ਦੀ ਸੰਗਤ ਵਿੱਚ ਜੁੜਦੇ ਹਨ ਭਾਈ, ਉਹ ਸਤਿਗੁਰ ਦੀ ਬਾਣੀ ਨਾਲ ਜੁੜਦੇ ਹਨ, ਉਹ ਅਕਾਲ ਪੁਰਖ ਦੇ ਚਰਨਾਂ ਦੇ ਧਾਰਨੀ ਬਣਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਹਨ, ਭਾਈ ਕੀਮਤ ਕੌਣ ਕਹੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਿਆਲਾ ਹੈ। ਪ੍ਰਭੂ ਸਾਰੇ ਜੀਵਾਂ ਉੱਤੇ ਦਾਤਾ ਦੇਣ ਵਾਲਾ, ਸਾਰੇ ਜੀਵਾਂ ਨੂੰ ਦਾਤਾ ਵੰਡਣ ਵਾਲਾ, ਪ੍ਰਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣੀ ਮੂਰਖ ਜਾਤਾ ਰੇ। ਗੁਰੂ ਸਾਹਿਬ ਜੀ ਕਹਿੰਦੇ, ਹਰ ਆਰਾਧਨਾ ਜਾਣਨਾ ਰੇ। ਅਸੀਂ ਪਰਮਾਤਮਾ ਦੀ ਆਰਾਧਨਾ ਕਰਨੀ ਨਹੀਂ ਜਾਣਦੇ। ਜੋ ਪਰਮਾਤਮਾ ਸਰਬ ਵਿਆਪੀ ਹਰ ਥਾਂ ਰਮਿਆ ਹੈ, ਜੀਵਾਂ ਨੂੰ ਦਾਤਾਂ ਦੇ ਰਿਹਾ ਹੈ, ਦਾਤਾਂ ਵੰਡ ਰਿਹਾ ਹੈ, ਅਸੀਂ ਉਸ ਦੀਆਂ ਕਦਰਾਂ ਕੀਮਤਾਂ ਨੂੰ ਨਹੀਂ ਜਾਣ ਸਕਦੇ। ਇਸ ਕਰਕੇ ਪ੍ਰਭੂ ਦਾਤਾਂ ਦੇ ਕੇ ਪਛਤਾਵਾ ਨਹੀਂ ਕਰਦਾ। ਇਸ ਕਰਕੇ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਕੀਮਤ ਕੌਣ ਕਰੇ ਪ੍ਰਭ ਤੇਰੀ। ਪ੍ਰਭੂ ਤੇਰੀ ਕੋਈ ਕੀਮਤ ਨਹੀਂ ਦੱਸ ਸਕਦਾ। ਆਪ ਬੇਅੰਤ ਗੁਣਾਂ ਦੇ ਮਾਲਕ ਹੋ, ਆਪ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ, ਕਥਨ ਤੋਂ ਬਾਹਰੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਿਆਲਾ। ਸਾਰਿਆਂ ਜੀਵਾਂ ਉੱਤੇ ਦਾਤਾਂ ਵੰਡਣ ਵਾਲੇ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ, ਸਾਰਿਆਂ ਉੱਤੇ ਦਇਆ ਕਰਨ ਵਾਲੇ ਪ੍ਰਭੂ, ਕੌਣ ਜੀਵ ਹੈ ਤੇਰੀ ਜੋ ਕੀਮਤ ਦੱਸ ਸਕੇ। ਐਸਾ ਕੋਈ ਸੰਸਾਰ ਉੱਤੇ
ਜੀ ਪੈਦਾ ਨਹੀਂ ਹੋਇਆ ਜੋ ਆਪ ਦੀ ਬੇਅੰਤ ਵਡਿਆਈ ਨੂੰ, ਬੇਅੰਤ ਗੁਣਾਂ ਨੂੰ ਬਿਆਨ ਕਰ ਸਕੇ। ਤੇਰੀ ਕੋਈ ਕੀਮਤ ਦੱਸੀ ਨਹੀਂ ਜਾ ਸਕਦੀ। ਆ ਕੀਮਤ ਦੱਸਣ ਤੋਂ ਬਾਹਰੇ ਹੋ। ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਕਾ ਦਾਤਾ, ਤੂੰ ਸਰਬ ਜੀਆਂ ਦਿਆਲਾ, ਤੂੰ ਸਾਰੇ ਜੀਵਾਂ ਦਾ ਪ੍ਰਭੂ ਦਾਤਾ ਹੈ, ਸਾਰੇ ਜੀਵਾਂ ਨੂੰ ਦਾਤਾ ਵੰਡਣ ਵਾਲਾ ਹੈ, ਸਾਰੇ ਜੀਵਾਂ ਉੱਤੇ ਦਇਆ ਕਰਨ ਵਾਲਾ ਹੈ ਪ੍ਰਭੂ। ਇਸ ਕਰਕੇ ਕੋਈ ਵੀ ਜੀਵ ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੀ, ਤੇਰੀ ਕੋਈ ਕੀਮਤ ਨਹੀਂ ਤਾਰ ਸਕਦੀ। ਇਸ ਕਰਕੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਪਣੀ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਸਭ ਕੁਛ ਕੀਤਾ ਤੇਰਾ ਹੋ ਵਰਤੇ, ਕਿਆ ਹਮ ਬਾਲਕ ਗਪਾਲਾ। ਕਿ ਪ੍ਰਭੂ ਜੋ ਸੰਸਾਰ ਉੱਤੇ ਹੋ ਰਿਹਾ ਹੈ ਆਪ ਜੀ ਦਾ ਕੀਤਾ ਵਰਤ ਰਿਹਾ ਹੈ। ਇਸ ਕਰਕੇ ਸਾਰੀਆਂ ਤਾਕਤਾਂ ਪ੍ਰਭੂ ਆਪ ਜੀ ਦੇ ਹੱਥ ਵਿੱਚ ਹਨ। ਜੀ ਜੰਤ ਤੇਰੇ ਧਾਰੇ, ਪ੍ਰਭੂ ਡੋਰੀ ਹਾਥ ਤੁਮਾਰੇ। ਸਾਰੇ ਜੀਵ ਜੰਤ ਆਪ ਜੀ ਦੇ ਪੈਦਾ ਕੀਤੇ ਹੋਏ ਹਨ। ਸਾਰਿਆਂ ਦੀ ਵਾਗ ਡੋਰ ਪ੍ਰਭੂ ਤੂੰ ਆਪਣੇ ਹੱਥ ਵਿੱਚ ਫੜੀ ਹੋਈ ਹੈ। ਸਭ ਕੁਛ ਕੀਤਾ ਤੇਰਾ ਵਰਤੇ, ਜੋ ਵੀ ਸੰਸਾਰ ਉੱਤੇ ਵਰਤ ਰਿਹਾ ਹੈ ਪ੍ਰਭੂ ਆਪ ਜੀ ਦਾ ਕੀਤਾ ਵਰਤ ਰਿਹਾ ਹੈ। ਦੁਹਾਂ ਸਰਿਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰ ਜਾਮੀ। ਆਪ ਹੀ ਜਗਤ ਰੂਪੀ ਖੇਡ ਤਮਾਸ਼ੇ ਨੂੰ ਰੱਜ ਕੇ ਆਪਣਾ ਜਗਤ ਰੂਪੀ ਖੇਡ ਤਮਾਸ਼ਾ ਆਪ ਦੇਖ ਰਿਹਾ ਪ੍ਰਭੂ। ਦੋਹਾਂ ਪਾਸੇ ਆਪ ਹੀ ਸੰਸਾਰ ਦੇ ਉਰਲੇ ਪਾਸੇ ਪਰਲੇ ਪਾਸੇ ਆਪ ਹੀ ਖੜਾ ਹੈ ਪ੍ਰਭੂ, ਜੀਵਾਂ ਦੀ ਸਾਰ ਲੈ ਰਿਹਾ ਹੈ। ਇਸ ਕਰਕੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ, ਸਭ ਕੁਛ ਕੀਤਾ ਤੇਰਾ ਵਰਤੇ, ਕਿਆ ਹਮ ਬਾਲਕ ਪਾਲਾ। ਅਸੀਂ ਬਾਲਕ ਅਣਜਾਣ ਬੇਸਮਝ ਤੇਰੇ ਬੇਅੰਤ ਗੁਣਾਂ ਨੂੰ ਪ੍ਰਭੂ ਬਿਆਨ ਨਹੀਂ ਕਰ ਸਕਦੇ। ਤੂੰ ਹੀ ਸਾਰੇ ਸ੍ਰਿਸ਼ਟੀ ਦਾ ਮਾਲਕ, ਜੀਵਾਂ ਨੂੰ ਪੈਦਾ ਕਰਨ ਵਾਲਾ ਅਤੇ ਜੀਵਾਂ ਦੀ ਸੰਭਾਲ ਕਰਨ ਵਾਲਾ ਹੈ। ਆਪ ਤੋਂ ਬਿਨਾਂ ਹੋਰ ਕੋਈ ਸੰਸਾਰ ਨੂੰ ਨਾ ਪੈਦਾ ਕਰ ਸਕਦਾ ਹੈ, ਨਾ ਜੀਵਾਂ ਨੂੰ ਰੋਜੀ ਦੇ ਸਕਦਾ ਹੈ, ਨਾ ਜੀਵਾਂ ਦੀ ਪਾਲਣਾ ਕਰ ਸਕਦਾ ਹੈ ਪ੍ਰਭੂ। ਸਭ ਕੁਛ ਕੀਤਾ ਤੇ ਸੰਸਾਰ ਤੇ ਆਪ ਜੀ ਦਾ ਵਰਤ ਰਿਹਾ ਹੈ। ਅਸੀਂ ਅਣਜਾਣ ਬੇਸਮਝ ਬਾਲਕ ਆਪ ਜੀ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ। ਸਭ ਕੁਛ ਕੀਤਾ ਤੇਰਾ ਵਰਤੇ, ਕਿਆ ਹਮ ਬਾਲਕ ਪਾਲਾ। ਰਾਖ ਲਿਹੋ ਨਾਨਕ ਜਨ ਤੁਮਰਾ, ਜੋ ਪਿਤਾ ਪੂਤ ਕਿਰਪਾਲਾ। ਇਸ ਕਰਕੇ ਗੁਰੂ ਸਾਹਿਬ ਜੀ ਅਰਦਾਸ ਬੇਨਤੀ ਕਰਦੇ ਹਨ ਪ੍ਰਭੂ, ਜਿਸ ਤਰ੍ਹਾਂ ਪਿਤਾ ਆਪਣੇ ਬੱਚੇ ਨੂੰ ਸੰਭਾਲ ਕਰਦਾ ਹੈ, ਆਪਣੇ ਕੰਠ ਹਿਰਦੇ ਨਾਲ ਲਾਉਂਦਾ ਹੈ, ਉਹਦੀ ਪਾਲਣਾ ਕਰਦਾ ਹੈ, ਇਸ ਤਰ੍ਹਾਂ ਦਾਸ ਨਾਨਕ ਵੀ ਆਪ ਜੀ ਦਾ ਬਾਲਕ ਹੈ ਪ੍ਰਭੂ। ਸ਼ਰਨ ਆਏ ਦਾਸ ਨਾਨਕ ਦੀ ਸ਼ਰਨ ਵਿੱਚ ਥਾਂ ਦਿਓ। ਜੈਸਾ ਬਾਲਕ ਭਾਏ ਸਪਾਏ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗੱਲ ਆਵੇ। ਜਿਸ ਤਰ੍ਹਾਂ ਕੋਈ ਪਿਤਾ ਆਪਣੇ ਬੱਚੇ ਨੂੰ ਝਿੜਕ ਮਾਰਦਾ ਹੈ ਗਲਤੀ ਕਰਨ ਤੇ, ਫਿਰ ਰੋਂਦੇ ਹੋਏ ਬੱਚੇ ਨੂੰ ਆਪਣੇ ਕੰਠ ਹਿਰਦੇ ਨਾਲ ਲਾ ਕੇ ਚੁੱਪ ਵੀ ਕਰਾਉਂਦਾ ਹੈ। ਕੰਠ ਲਾਏ ਅਵਗਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਦਿਆਲੂ ਪਿਤਾ ਪ੍ਰਭੂ ਆਪਣੇ ਸੇਵਕਾਂ ਦੀ ਗੁਣਾਂ ਤੇ ਔਗੁਣਾਂ ਦੀ ਵਿਚਾਰ ਨਹੀਂ ਕਰਦਾ। ਗੁਣ ਅਵਗਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਇਹ ਖਿਨ ਮਾਤਰ ਸਮੇਂ ਵਿੱਚ ਹੀ ਸ਼ਰਨ ਆਏ ਨੂੰ ਆਪਣੇ ਚਰਨਾਂ 'ਚ ਥਾਂ ਦਿੰਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹ ਪ੍ਰਭੂ ਦਾ ਸੁਭਾਅ ਹੈ। ਜੋ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ। ਜੇ ਇੱਕ ਕਦਮ ਕੋਈ ਆਪਣੇ ਸਤਿਗੁਰ ਵੱਲ ਨੂੰ ਵੱਧਦਾ ਹੈ, ਕਦਮ ਪੁੱਟਦਾ ਹੈ, ਤੇ ਸਤਿਗੁਰੂ ਜੀ ਵੀ ਕਰੋੜਾ ਪੈਂਡਾ ਅੱਗੇ ਹੋ ਕੇ ਅਗਲਵਾਂਢੀ ਆਪਣੇ ਗੁਰਸੇਵਕ ਸਿੱਖ ਨੂੰ ਅਗਲਵਾਂਢੀ ਹੋ ਕੇ ਮਿਲਣ ਵਾਸਤੇ ਜਾਂਦੇ ਹਨ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ। ਸੋ ਗੁਰੂ ਸਾਹਿਬ ਜੀ ਅਰਦਾਸ ਬੇਨਤੀ ਕਰਦੇ ਹਨ, ਪ੍ਰਭੂ ਜੋ ਸੰਸਾਰ ਤੇ ਵਰਤ ਰਿਹਾ ਹੈ ਆਪ ਜੀ ਦਾ ਕੀਤਾ ਹੈ ਵਰਤ ਰਿਹਾ ਹੈ। ਅਸੀਂ ਬਾਲਕ ਅਣਜਾਣ ਬੇਸਮਝ ਬੱਚੇ ਆਪ ਜੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ। ਦਾਸ ਨਾਨਕ ਇੱਕ ਬਾਲਕ ਦੀ ਤਰ੍ਹਾਂ ਆਪ ਦੀ ਸ਼ਰਨ ਵਿੱਚ ਆਇਆ ਪ੍ਰਭੂ। ਆਪ ਪਿਤਾ ਪਰਮ ਪਿਤਾ ਹੋ, ਦਾਸ ਨੂੰ ਆਪਣਾ ਬਾਲਕ ਬੱਚਾ ਸਮਝ ਕੇ ਸ਼ਰਨ ਆਏ ਨੂੰ ਆਪਣੇ ਚਰਨਾਂ 'ਚ ਥਾਂ ਦਿਓ। ਸੋ ਇਸ ਕਰਕੇ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਵਿੱਤਰ ਬਾਣੀ ਵਿੱਚ ਉਹ ਉਪਦੇਸ਼ ਕਰਦੇ ਹਨ, ਭਾਈ ਸਾਨੂੰ ਅਕਾਲ ਪੁਰਖ ਦਾ ਨਾਮ ਜਪਣਾ ਚਾਹੀਦਾ ਹੈ, ਉਹਦੀ ਜਾਚਨਾ ਕਰਨੀ ਚਾਹੀਦੀ ਹੈ, ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਸੋ ਜੋ ਦਾਤਾ ਦੇ ਕੇ ਪਛਤਾਉਂਦਾ ਨਹੀਂ ਹੈ। ਇਸ ਕਰਕੇ ਜੀਵ ਜਿਹੜੇ ਹਨ ਉਹ ਦਾਤਾ ਲੈ ਕੇ
ਪਰਮਾਤਮਾ ਨੂੰ ਵਿਸਰ ਜਾਂਦੇ ਹਨ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਹੀਂ ਮਰਨ ਵਿਚਾਰਾ। ਜੀਵ ਸਗੋਂ ਦਾਤਾਂ ਲੈ ਕੇ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਹਨ ਕਿ ਆਪਣੀ ਉਹਨਾਂ ਨੂੰ ਮੌਤ ਵੀ ਯਾਦ ਨਹੀਂ ਰਹਿੰਦੀ ਕਿ ਇੱਕ ਸੰਸਾਰ ਤੇ ਸਾਰੇ ਪਦਾਰਥ ਛੱਡ ਕੇ ਸੰਸਾਰ ਤੋਂ ਕੂਚ ਕਰਨਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਗੁਰੂ ਦੀ ਸੰਗਤ ਵਿੱਚ ਜਾ ਕੇ ਮਹਾਂਪੁਰਖਾਂ ਦੇ ਬਚਨ ਸੁਣ ਕੇ ਅਕਾਲ ਪੁਰਖ ਦੇ ਚਰਨਾਂ ਦੇ ਧਾਰਨੀ ਬਣਨਾ ਚਾਹੀਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਘਰ ਵਿੱਚ ਵਸਾ ਕੇ ਸੇਵਾ ਸਮਨ ਕਰਦੇ ਹੋਏ ਆਪਣਾ ਮਨੁੱਖਾ ਜਨਮ ਸਫਲਾ ਕਰੀਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।